Welcome back everyone to the official YouTube channel of Yes Academy. I am Yogesh Kumar. In the last few lectures ਆਪਾਂ soil mechanics start ਕੀਤੀ ਸੀ, soil ਦੀਆਂ properties ਦੇ ਬਾਰੇ ਪੜ੍ਹਿਆ ਸੀ, ਉਹਨਾਂ properties ਨੂੰ determine ਕਰਨ ਲਈ ਜਿਹੜੇ ਟੈਸਟ ਹੁੰਦੇ ਆ ਉਹ ਟੈਸਟ ਪੜ੍ਹੇ ਸੀਗੇ। ਅੱਜ ਦੇ ਆਪਣੇ ਇਸ ਲੈਕਚਰ ਦੇ ਵਿੱਚ ਆਪਣਾ ਮੇਨ ਪਰਪਸ ਹੈ ਉਹਨਾਂ properties ਨਾਲ ਰਿਲੇਟਡ numerical ਕੁਐਸਚਨ ਜਿਹੜੇ ਆਪਾਂ ਨੂੰ ਪੇਪਰ 'ਚ ਪੁੱਛੇ ਜਾ ਸਕਦੇ ਆ ਉਹਨਾਂ ਬਾਰੇ ਸਮਝਣਾ, ਉਹਨਾਂ ਕੁਐਸਚਨਸ ਨੂੰ ਸੋਲਵ ਕਰਨ ਦੇ ਫਾਸਟ ਮੈਥਡ ਜਿਹੜੇ ਹੋਣਗੇ ਉਹਨਾਂ ਮੈਥਡਸ ਬਾਰੇ ਪੜਾਂਗੇ। ਅੱਜ ਆਪਾਂ ਪਿਛਲੇ ਲੈਕਚਰਾਂ ਦੇ ਵਿੱਚ ਆਪਾਂ ਇਹ ਦੋ ਰਿਲੇਸ਼ਨਸ ਪੜ੍ਹੇ ਸੀ, E = n/1 - n ਐਂਡ n = E/1 + e। ਇਸ ਤੋਂ ਬਿਨਾਂ ਜਿਹੜੇ ਅਗਲੇ ਨਿਊਮੈਰੀਕਲ ਪੋਰਸ਼ਨ ਦੇ ਨਿਊਮੈਰੀਕਲ ਟੌਪਿਕਸ ਨੂੰ ਸੋਲਵ ਕਰਨ ਦੇ ਲਈ ਜਿਹੜੇ ਫਾਰਮੂਲਾਸ ਚਾਹੀਦੇ ਹੋਣਗੇ ਉਹ ਫਾਰਮੂਲਾਸ ਬਾਰੇ ਪੜਾਂਗੇ ਅੱਜ, ਤੇ ਉਹਨਾਂ ਦੇ ਬਾਰੇ ਕੁਝ ਜਿਹੜੀਆਂ ਆਪਣੀਆਂ ਪ੍ਰੋਬਲਮਸ ਹੋਣਗੀਆਂ ਉਹ ਵੀ ਸੋਲਵ ਕਰਕੇ ਦੇਖਾਂਗੇ। ਕਲੀਅਰ? ਤੇ ਇਹਨਾਂ ਦੋ ਰਿਲੇਸ਼ਨਸ ਤੋਂ ਅਗਲਾ ਜਿਹੜਾ ਆਪਾਂ ਇੱਕ ਹੋਰ ਰਿਲੇਸ਼ਨ ਯੂਜ਼ ਕਰਦੇ ਹਾਂ, ES = WG। ਪ੍ਰੋਪਰਟੀਜ਼ ਜਿਹੜੀਆਂ ਨੇ ਬੇਸਿਕ ਡੈਫੀਨੇਸ਼ਨ ਸੇਮ ਨੇ। E ਇੱਥੇ ਵੋਇਡ ਰੇਸ਼ੋ ਹੈ, S ਇੱਥੇ ਡਿਗਰੀ ਆਫ ਸੈਚੂਰੇਸ਼ਨ ਹੈ, W ਇੱਥੇ ਵਾਟਰ ਕੰਟੈਂਟ ਹੈ, G ਇੱਥੇ ਸਪੈਸੀਫਿਕ ਗ੍ਰੈਵਿਟੀ ਆਫ ਸੋਲਿਡਸ ਹੈ। ਕਲੀਅਰ? ਜਿਨ੍ਹਾਂ ਬੱਚਿਆਂ ਨੂੰ ਸਪੈਸੀਫਿਕ ਗ੍ਰੈਵਿਟੀ ਆਫ ਸੋਲਿਡਸ ਦਾ ਮਤਲਬ ਨਹੀਂ ਪਤਾ ਸੀ ਤਾਂ ਮੈਂ ਦੁਬਾਰਾ ਰਿਪੀਟ ਕਰ ਦਿੰਦਾ। ਸਪੈਸੀਫਿਕ ਗ੍ਰੈਵਿਟੀ ਆਫ ਸੋਲਿਡਸ ਕੀ ਹੁੰਦੀ ਸੀਗੀ? weight ਆਫ ਸੋਲਿਡਸ ਅਪਨ ਵੋਲਿਊਮ ਆਫ ਸੋਲਿਡਸ। ਇਕੱਲੇ ਸੋਲਿਡਸ ਦੀ ਗੱਲ ਕਰ ਰਹੇ ਹਾਂ ਆਪਾਂ ਇੱਥੇ। ES = WG। ਹੁਣ ਆਪਾਂ ਨੈਕਸਟ ਇੱਕ ਰਿਲੇਸ਼ਨ ਤੁਸੀਂ ਯਾਦ ਰੱਖੋਗੇ, ਗਾਮਾ ਬਲਕ। ਗਾਮਾ ਬਲਕ ਕੀ ਹੁੰਦਾ ਸੀਗਾ? ਕੋਈ ਵੀ ਸੋਇਲ ਸੈਂਪਲ ਦਾ ਟੋਟਲ weight ਅਪਨ ਟੋਟਲ ਵੋਲਿਊਮ is equal to gamma water into G plus ES over 1 plus E। ਇਹਦੇ ਵਿੱਚ ES ਦੀ ਥਾਂ ਤੇ ਆਪਾਂ WG ਵੀ ਪੁੱਟ ਕਰ ਸਕਦੇ ਹਾਂ। ਜੇਕਰ ਮੈਂ ਇਸ ਫਾਰਮੂਲੇ ਨੂੰ ਇਹਦੇ ਵਿੱਚ ਸਬਸਟੀਟਿਊਟ ਕਰੂੰਗਾ ਤਾਂ ਇਹੀ ਗਾਮਾ ਬਲਕ ਦਾ ਫਾਰਮੂਲਾ ਕੀ ਬਣ ਜਾਊਗਾ? ਗਾਮਾ ਵਾਟਰ into G plus WG over 1 plus E। ਕਲੀਅਰ? ਇਹਨਾਂ ਰਿਲੇਸ਼ਨਸ ਦੇ ਬੇਸ ਦੇ ਉੱਪਰ ਜਿਹੜੇ ਬਾਕੀ ਰਿਲੇਸ਼ਨਸ ਨੇ ਉਹ ਆਪਾਂ ਡਿਰਾਈਵ ਕਰ ਸਕਦੇ ਹਾਂ। ਕਿਸ ਤਰੀਕੇ ਨਾਲ ਡਰਾਈਵ ਕਰ ਸਕਦੇ ਹਾਂ? ਇਨ ਕੇਸ ਮੇਰੇ ਕੋਲ ਡਰਾਈ ਸੋਇਲ ਦਿੱਤੀ ਹੋਈ ਹੈ, ਜੇ ਸੋਇਲ ਡਰਾਈ ਹੋਊਗੀ ਤਾਂ ਉਹ 'ਚ ਵਾਟਰ ਐਬਸੈਂਟ ਹੋਊਗਾ। ਜੇ ਵਾਟਰ ਐਬਸੈਂਟ ਹੋਊਗਾ ਤਾਂ ਉਹਦੀ ਡਿਗਰੀ ਆਫ ਸੈਚੂਰੇਸ਼ਨ ਕੀ ਹੋਊਗੀ? 0। ਕੋਈ ਸੈਚੂਰੇਸ਼ਨ ਨਹੀਂ ਹੋਊਗੀ, ਯਾਨੀ ਕਿ ਡਿਗਰੀ ਆਫ ਸੈਚੂਰੇਸ਼ਨ ਦੀ ਵੈਲਿਊ ਆਪਾਂ 0 ਪੁੱਟ ਕਰ ਸਕਦੇ ਹਾਂ। ਤਾਂ ਜੇਕਰ ਮੈਂ ਸੈਚੂਰੇਟਡ ਯੂਨਿਟ weight ਕੱਢਣਾ ਹੋਵੇ, ਯਾਨੀ ਕਿ ਗਾਮਾ ਸੈਚੂਰੇਟਡ ਕੈਲਕੂਲੇਟ ਕਰਨਾ ਹੋਵੇ, ਤਾਂ ਇਨ ਦਿਸ ਰਿਲੇਸ਼ਨ S ਦੀ ਵੈਲਿਊ ਨੂੰ ਆਪਾਂ 1 ਪੁੱਟ ਕਰ ਸਕਦੇ ਹਾਂ। ਕਲੀਅਰ? ਤਾਂ ਯਾਨੀ ਕਿ ਇਹ ਰਿਲੇਸ਼ਨ ਕੀ ਬਣ ਜਾਊਗਾ? ਗਾਮਾ ਵਾਟਰ into G plus E, S ਦੀ ਵੈਲਿਊ 1 ਪੁੱਟ ਹੋਗੀ over 1 plus E। ਕਲੀਅਰ? ਇਸੇ ਰਿਲੇਸ਼ਨ ਦੇ ਵਿੱਚੋਂ ਜੇ ਮੈਂ ਗਾਮਾ ਡਰਾਈ ਕੱਢਣਾ ਹੋਵੇ ਤਾਂ ਇਨ ਕੇਸ ਆਫ ਡਰਾਈ ਯੂਨਿਟ weight ਜਿਹੜੀ ਆਪਣੇ ਕੋਲੇ S ਦੀ ਵੈਲਿਊ ਹੁੰਦੀ ਹੈ ਉਹ 0 ਹੁੰਦੀ ਹੈ। ਸੈਚੂਰੇਸ਼ਨ ਦੇ ਕੇਸ 'ਚ ਆਪਾਂ S ਦੀ ਵੈਲਿਊ 1 ਪੁੱਟ ਕੀਤੀ ਹੈ, ਡਰਾਈ ਦੇ ਕੇਸ 'ਚ ਆਪਾਂ S ਦੀ ਵੈਲਿਊ ਨੂੰ 0 ਪੁੱਟ ਕਰਾਂਗੇ। ਕਲੀਅਰ? ਤਾਂ ਇੱਥੇ S ਦੀ ਵੈਲਿਊ ਨੂੰ ਆਪਾਂ ਜੇ 0 ਪੁੱਟ ਕਰਾਂਗੇ ਤਾਂ ਗਾਮਾ ਡਰਾਈ ਕੀ ਆ ਜਾਊਗਾ? ਗਾਮਾ ਵਾਟਰ into G। ਤਾਂ ਇਹਦੇ ਵਿੱਚ ਜੇ S ਦੀ ਵੈਲਿਊ 0 ਪੁੱਟ ਹੋਗੀ ਤਾਂ ਸਾਰੇ ਦਾ ਸਾਰਾ ਕੀ ਹੋ ਜਾਊਗਾ? 0 G over 1 plus E। ਗਾਮਾ ਡਰਾਈ ਦਾ ਰਿਲੇਸ਼ਨ ਹੋ ਗਿਆ। ਕਲੀਅਰ? ਹੁਣ ਜੇਕਰ ਮੈਂ ਇਹਨਾਂ ਦੋਨੇ ਰਿਲੇਸ਼ਨਸ ਨੂੰ ਲਿੰਕ ਕਰਨਾ ਹੋਵੇ, ਗਾਮਾ ਬਲਕ ਤੇ ਗਾਮਾ ਡਰਾਈ ਨੂੰ ਜੇ ਆਪਾਂ ਲਿੰਕ ਕਰਨਾ ਹੋਵੇ ਤਾਂ ਇੱਥੋਂ ਮੇਰੇ ਕੋਲੇ ਗਾਮਾ ਬਲਕ ਕਿਹਦੇ ਬਰਾਬਰ ਆ ਰਿਹਾ ਹੈਗਾ? ਜੇ ਮੈਂ ਆਵਰੇ ਰਿਲੇਸ਼ਨ ਦੇ ਵਿੱਚੋਂ ਵੈਲਿਊਜ਼ ਪਿਕ ਕਰਾਂ, ਗਾਮਾ ਬਲਕ is equal to ਗਾਮਾ ਵਾਟਰ into G into 1 plus W over 1 plus E। ਕਲੀਅਰ? ਜੇ ਮੈਂ 1 plus W ਨੂੰ ਇਧਰਲੀ ਸਾਈਡ ਨੀਚੇ ਲੈ ਜਾਵਾਂ, ਗਾਮਾ ਬਲਕ over 1 plus W is equal to ਗਾਮਾ ਵਾਟਰ into G over 1 plus E। ਆ ਕਾਹਦਾ ਰਿਲੇਸ਼ਨ ਹੈ? ਗਾਮਾ ਡਰਾਈ ਦਾ is equal to ਕੀ ਆ ਗਿਆ? ਗਾਮਾ D ਦੇ। ਕਲੀਅਰ? ਤਾਂ ਇਸ ਕੇਸ ਦੇ ਵਿੱਚ ਮੇਰੇ ਕੋਲੇ ਗਾਮਾ D ਕਾਹਦੇ ਬਰਾਬਰ ਆ ਜਾਊਗਾ? ਗਾਮਾ ਬਲਕ over 1 plus W। ਇਸ ਰਿਲੇਸ਼ਨ ਨੂੰ ਵੀ ਆਪਾਂ ਇੱਥੇ ਸਟੋਰ ਕਰ ਲੈਣੇ ਆ। ਗਾਮਾ ਡਰਾਈ is equal to ਗਾਮਾ ਬਲਕ over 1 plus W। ਇਹ ਸੀ ਆਪਣੇ ਕੁਝ ਰਿਲੇਸ਼ਨਸ। ਇਸ ਤੋਂ ਬਿਨਾ ਜਿਹੜੇ ਇੱਕ ਦੋ ਰਿਲੇਸ਼ਨਸ ਦੀ ਆਪਾਂ ਨੂੰ ਕਿਤੇ ਕਿਸੇ ਥਾਂ ਦੇ ਉੱਪਰ ਲੋੜ ਪੈ ਸਕਦੀ ਹੈ।
ਉਹਦੇ ਵਿੱਚੋਂ ਇੱਕ ਰਿਲੇਸ਼ਨ ਹੈ VS यानी कि वॉल्यूम ऑफ सॉलिड्स इज इक्वल टू टोटल वॉल्यूम ओवर 1 प्लस E। ਇਹਦੇ ਵਿੱਚ ਧਿਆਨ ਰੱਖਣਾ ਹੈ V ਇੱਥੇ ਟੋਟਲ ਵੋਲਿਊਮ ਨੂੰ ਇੰਡੀਕੇਟ ਕਰ ਰਹੀ ਹੈ, VS ਇੱਥੇ ਵੋਲਿਊਮ ਆਫ ਸੋਲਿਡਸ ਨੂੰ ਇੰਡੀਕੇਟ ਕਰ ਰਿਹਾ ਹੈ। ਇਸ ਰਿਲੇਸ਼ਨ ਦੀ ਵੀ ਆਪਾਂ ਨੂੰ ਕਈ ਥਾਵਾਂ ਉੱਪਰ ਲੋੜ ਪਊਗੀ। ਕਲੀਅਰ? ਇੱਕ ਵਾਰ ਫਿਰ ਤੋਂ ਰਿਪੀਟ ਕਰ ਰਹੇ ਹਾਂ, ES is equal to WG ਇਹ ਸਭ ਤੋਂ ਮੋਸਟ ਇੰਪੋਰਟੈਂਟ ਰਿਲੇਸ਼ਨ ਹੈ। ਸੈਕਿੰਡ ਜਿਹੜਾ ਆਪਾਂ ਇੰਪੋਰਟੈਂਟ ਰਿਲੇਸ਼ਨ ਹੋਊਗਾ ਗਾਮਾ ਬਲਕ is equal to ਗਾਮਾ ਵਾਟਰ into G plus ES over 1 plus E। ਇਹਦੇ ਵਿੱਚ ਹੀ ਜੇ ਆਪਾਂ S ਦੀ ਵੈਲਿਊ ਨੂੰ 0 ਪੁੱਟ ਕਰ ਦਾਂਗੇ ਤਾਂ ਗਾਮਾ ਡਰਾਈ ਦਾ ਰਿਲੇਸ਼ਨ ਬਣ ਜਾਊਗਾ, S ਦੀ ਵੈਲਿਊ ਨੂੰ 1 ਪੁੱਟ ਕਰ ਦਾਂਗੇ ਤਾਂ ਗਾਮਾ ਸੈਚੂਰੇਟਡ ਦਾ ਰਿਲੇਸ਼ਨ ਬਣ ਜਾਊਗਾ। ਕਲੀਅਰ? ਇੰਨਾ ਹੀ ਸਾਰੇ ਰਿਲੇਸ਼ਨਸ ਦੇ ਬੇਸ ਦੇ ਉੱਪਰ ਆਪਾਂ ਕੁਝ ਨਿਊਮੈਰੀਕਲ ਯੂਜ਼ ਕਰਨੇ ਨੇ। ਇਹਨਾਂ ਦੇ ਜਿਹੜੇ ਆਪਾਂ ਨਿਊਮੈਰੀਕਲ ਸੋਲਵ ਕਰਾਂਗੇ ਉਹਨਾਂ ਦੇ ਇੱਕ ਤੋਂ ਜ਼ਿਆਦਾ ਅਪਰੋਚਸ ਹੋ ਸਕਦੀਆਂ ਨੇ, ਪਰ ਆਪਾਂ ਜਿਹੜੀ ਅਪਰੋਚ ਯੂਜ਼ ਕਰਨੀ ਹੈ ਆਪਾਂ ਸਿਰਫ ਫਾਰਮੂਲਾ ਬੇਸ ਦੇ ਉੱਪਰ ਡਾਇਰੈਕਟਲੀ ਕੁਐਸਚਨ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਇਹਦੇ ਨਾਲ ਕੁਐਸਚਨਸ ਜਲਦੀ ਸੋਲਵ ਹੋ ਜਾਂਦੇ ਆ। ਤਾਂ ਆਪਾਂ ਮੂਵ ਔਨ ਕਰਦੇ ਹਾਂ ਆਪਣੇ ਫਸਟ ਕੁਐਸਚਨ ਦੇ ਉੱਪਰ। ਕੁਐਸਚਨ ਦੀ ਸਟੇਟਮੈਂਟ ਤੁਸੀਂ ਸਾਰੇ ਪੜ੍ਹ ਚੁੱਕੇ ਹੋ। ਹੁਣ ਆਪਾਂ ਉਸ ਕੁਐਸਚਨ ਨੂੰ ਸੋਲਵ ਕਰਨਾ ਸ਼ੁਰੂ ਕਰਦੇ ਹਾਂ। ਕੁਐਸਚਨ ਨੂੰ ਸੋਲਵ ਕਰਨ ਦਾ ਸਭ ਤੋਂ ਪਹਿਲਾ ਸਟੈਪ ਕੀ ਹੋਊਗਾ, ਜਿਹੜਾ ਵੀ ਕੁਝ ਕੁਐਸਚਨ ਦੇ ਵਿੱਚ ਗਿਵਨ ਹੈ ਉਹਨੂੰ ਸਿਸਟਮੈਟਿਕ ਵੇ ਨਾਲ ਨੋਟ ਕਰ ਲੈਣਾ। ਜਿਵੇਂ ਆਪਾਂ ਨੂੰ E ਗਿਵਨ ਹੈ 0.73, G ਗਿਵਨ ਹੈ 2.7, S ਗਿਵਨ ਹੈ 92%, ਜਾਂ ਇਹਨੂੰ ਮੈਂ 0.92 ਵੀ ਲਿਖ ਸਕਦਾ। ਆਹ ਤਿੰਨੇ ਚੀਜ਼ਾਂ ਆਪਾਂ ਇਹਦੇ ਵਿੱਚ ਫਾਈਂਡ ਆਊਟ ਕਰਨੀਆਂ ਨੇ। ਆਪਾਂ ਨੂੰ ਗਾਮਾ ਬਲਕ ਪੁੱਛਿਆ ਹੋਇਆ, ਗਾਮਾ ਡਰਾਈ ਪੁੱਛਿਆ ਹੋਇਆ, ਗਾਮਾ ਸੈਚੂਰੇਟਡ ਪੁੱਛਿਆ ਹੋਇਆ। ਕਲੀਅਰ? ਤਾਂ ਹੁਣ ਜੇ ਆਪਾਂ ਸਭ ਤੋਂ ਪਹਿਲਾਂ ਗਾਮਾ ਬਲਕ ਦਾ ਰਿਲੇਸ਼ਨ ਚੱਕੀਏ, ਗਾਮਾ ਬਲਕ ਦੇ ਦੋ ਰਿਲੇਸ਼ਨਸ ਫਾਰਮ ਹੋਏ ਨੇ ਆਪਣੇ ਕੋਲੇ। ਇਹਦੇ ਵਿੱਚੋਂ ਆਪਣੇ ਕੋਲੇ ਗਾਮਾ ਵਾਟਰ ਦੀ ਵੈਲਿਊ ਸਟੈਂਡਰਡ ਹੁੰਦੀ ਆਪਾਂ ਪਿਕ ਕਰ ਸਕਦੇ ਹਾਂ, G ਦੀ ਵੈਲਿਊ ਆਪਾਂ ਨੂੰ ਗਿਵਨ ਹੈ, E ਦੀ ਵੈਲਿਊ ਆਪਾਂ ਨੂੰ ਗਿਵਨ ਹੈ, S ਦੀ ਵੈਲਿਊ ਆਪਾਂ ਨੂੰ ਗਿਵਨ ਹੈ, ਸਾਰਾ ਕੁਝ ਗਿਵਨ ਹੈ। ਤਾਂ ਆਪਾਂ ਸਿੱਧੀਆਂ ਰਿਲੇਸ਼ਨਸ 'ਚ ਵੈਲਿਊ ਪੁੱਟ ਕਰ ਸਕਦੇ ਹਾਂ। ਤਾਂ ਗਾਮਾ ਬਲਕ ਕਾਦੇ ਬਰਾਬਰ ਆ ਜਾਊਗਾ? ਹੁਣ ਗਾਮਾ ਵਾਟਰ ਦੀ ਵੈਲਿਊ ਕਿੰਨੀਆਂ ਹੁੰਦੀਆਂ ਨੇ? ਗਾਮਾ ਵਾਟਰ ਦੀ ਵੈਲਿਊ 1 ਹੁੰਦੀ ਹੈ ਇਨ ਗ੍ਰਾਮ ਪਰ ਸੀਸੀ, ਯੂਨਿਟਸ ਦੇ ਬੇਸ ਦੇ ਉੱਪਰ ਗ੍ਰਾਮ ਪਰ ਸੀਸੀ। 1000 ਹੁੰਦੀ ਹੈ in किलोग्राम पर मीटर क्यूब। क्लियर? 9.81 ਹੁੰਦੀ ਹੈ in किलो न्यूटन पर मीटर क्यूब। 9810 ਹੁੰਦੀ ਹੈ न्यूटन पर मीटर क्यूब। ਇਹ ਚਾਰ ਵੈਲਿਊਜ਼ ਹੁੰਦੀਆਂ ਨੇ ਗਾਮਾ ਵਾਟਰ ਦੀਆਂ। ਜਿਹੜੇ ਯੂਨਿਟਸ ਆਪਾਂ ਨੂੰ ਆਨਸਰ 'ਚ ਪ੍ਰੋਵਾਈਡ ਕੀਤੇ ਹੋਣਗੇ ਉਹੀ ਯੂਨਿਟਸ ਦੇ ਵਿੱਚ ਆਪਾਂ ਵੈਲਿਊਜ਼ ਪੁੱਟ ਕਰਾਂਗੇ। ਕਲੀਅਰ? ਇੱਕ ਵਾਰੀ ਆਪਾਂ ਆਪਣੇ ਕੁਐਸਚਨ ਸੋਲਵ ਕਰਨ ਦੇ ਪਰਪਸ ਦੇ ਲਈ ਗਾਮਾ ਦੀ ਵੈਲਿਊ 1 ਲੈ ਕੇ ਚੱਲਦੇ ਹਾਂ। ਆਪਾਂ ਆਨਸਰ ਗ੍ਰਾਮ ਪਰ ਸੀਸੀ 'ਚ ਕੈਲਕੂਲੇਟ ਕਰਕੇ ਦੇਖਦੇ ਹਾਂ। ਤਾਂ ਇਹਦੇ ਵਿੱਚੋਂ ਗਾਮਾ ਬਲਕ 1 ਵੈਲਿਊ ਪੁੱਟ ਕੀਤੀ, ਗਾਮਾ ਵਾਟਰ ਦੀ ਰਿਲੇਸ਼ਨ ਇੱਕ ਵਾਰ ਨੋਟ ਕਰ ਲੈਣੀ ਹੈ ਜਿਹੜਾ ਆਪਾਂ ਯੂਜ਼ ਕਰਨਾ ਹੈ। ਇਸ ਰਿਲੇਸ਼ਨ 'ਚ ਵੈਲਿਊਜ਼ ਪੁੱਟ ਕਰਨੀਆਂ ਨੇ। ਗਾਮਾ ਵਾਟਰ ਦੀ ਵੈਲਿਊ ਕਿੰਨੀ ਆ ਜੂਗੀ? 1, G ਦੀ ਵੈਲਿਊ ਹੈਗੀ ਹੈ 2.7, E ਦੀ ਵੈਲਿਊ ਹੈਗੀ ਹੈ 0.73, S ਦੀ ਵੈਲਿਊ ਹੈਗੀ ਹੈ 0.92 divided by 1 plus 0.73। clear? ਤਾਂ 2.7 plus 0.73 into 0.92 over 1.73। ਇਸ ਕੈਲਕੂਲੇਸ਼ਨ ਨੂੰ ਸੋਲਵ ਕਰੋਗੇ ਤੁਹਾਡੇ ਕੋਲ ਕੀ ਆਊਗਾ? ਆਨਸਰ ਆਊਗਾ। ਕਲੀਅਰ ਹੋਇਆ? ਇਹੀ ਕੁਐਸਚਨ ਨੂੰ ਜੇ ਆਪਾਂ ਆਪਣੀ ਬੇਸਿਕ ਡੈਫੀਨੇਸ਼ਨਸ ਤੋਂ ਸੋਲਵ ਕਰਨਾ ਸ਼ੁਰੂ ਕਰ ਦਿੰਦਾ ਬਹੁਤ ਜ਼ਿਆਦਾ ਟਾਈਮ ਕੰਜ਼ਿਊਮ ਹੋ ਜਾਂਦਾ। ਆਪਾਂ ਸਿੰਪਲੀ ਕੀ ਕੀਤਾ, ਰਿਲੇਸ਼ਨ ਪਿਕਅਪ ਕੀਤਾ, ਰਿਲੇਸ਼ਨ ਦੇ ਵਿੱਚ ਜਿਹੜੇ ਵੈਲਿਊਜ਼ ਗਿਵਨ ਸੀਗੇ ਉਹਨਾਂ ਵੈਲਿਊਜ਼ ਨੂੰ ਐਸ ਸੱਚ ਕੀ ਕੀਤਾ, ਪੁੱਟ ਕੀਤਾ। ਕਲੀਅਰ? ਹੁਣ ਆਪਾਂ ਆਪਣੇ ਨੈਕਸਟ ਪਾਰਟ ਉੱਪਰ ਮੂਵ ਕਰਦੇ ਹਾਂ, ਦੈਟ ਇਜ਼ ਗਾਮਾ ਡਰਾਈ ਪੁੱਛਿਆ ਹੋਇਆ ਨੇ ਆਪਾਂ ਨੂੰ। ਗਾਮਾ ਡਰਾਈ ਦੇ ਵਿੱਚ ਵੈਲਿਊਜ਼ ਪੁੱਟ ਕਰਕੇ ਦੇਖਦੇ ਹਾਂ। ਗਾਮਾ ਡਰਾਈ ਦੇ ਅਗਲੇ ਰਿਲੇਸ਼ਨ ਦੀਆਂ ਸਾਰੀਆਂ ਵੈਲਿਊਜ਼ ਨੋਨ ਹੈ। ਹੁਣ ਇਹਦੇ ਵਿੱਚ ਵੈਲਿਊਜ਼ ਪੁੱਟ ਕਰਕੇ ਦੇਖਦੇ ਹਾਂ। ਗਾਮਾ ਡਰਾਈ is equal to gamma water into G plus E, G plus ES over 1 plus E। इथों S ਦੀ ਵੈਲਿਊ ਕੀ ਹੋ ਜੂਗੀ? 0। ਜੇ S ਦੀ ਵੈਲਿਊ 0 ਹੋ ਗਈ ਸਾਰੀ ਵੈਲਿਊ ਕੀ ਹੋ ਜੂਗੀ? 0 ਹੋ ਜੂਗੀ। ਜਾਂ ਤੁਸੀਂ ਸਿੱਧਾ ਇਹ ਰਿਲੇਸ਼ਨ ਵੀ ਪੁੱਟ ਕਰ ਸਕਦੇ ਸੀਗੇ, ਇੱਕੋ ਗੱਲ ਹੈਗੀ। ਤਾਂ ਗਾਮਾ ਵਾਟਰ 1 into G ਦੀ ਵੈਲਿਊ 2.7 divided by 1 plus 0.73 यानी कि 2.7 over 1.73। ये आंसर किहदे च आऊगा? ग्राम पर सीसी। ਜਿਹੜਾ ਆਪਾਂ ਪਿਛਲਾ ਆਨਸਰ ਕੱਢਿਆ ਸੀ ਗਾਮਾ ਬਲਕ ਦਾ ਉਹ ਵੀ ਕਾਹਦੇ ਚ ਆਇਆ ਸੀਗਾ? ਗ੍ਰਾਮ ਪਰ ਸੀਸੀ ਚ। ਕਲੀਅਰ?
ਨੈਕਸਟ ਆਪਾਂ ਨੂੰ ਗਾਮਾ ਸੈਚੂਰੇਟਡ ਪੁੱਛਿਆ ਹੋਇਆ। ਸੈਚੂਰੇਟਡ ਦੇ ਕੇਸ 'ਚ S ਦੀ ਵੈਲਿਊ 1 ਹੋਊਗੀ ਤਾਂ ਗਾਮਾ ਸੈਚੂਰੇਟਡ ਗਾਮਾ ਵਾਟਰ ਇਨਟੂ G + C / 1 + E। ਥਰਡ ਆਪਾਂ ਐਗਜ਼ੈਕਟਲੀ ਇਸੇ ਰਿਲੇਸ਼ਨ ਦੇ ਵਿੱਚ ਵੈਲਿਊ ਪੁੱਟ ਕਰਾਂਗੇ ਤਾਂ ਆਪਣੇ ਕੋਲੇ ਗਾਮਾ ਸੈਚੂਰੇਟਡ ਦੀ ਵੈਲਿਊ ਨਿਕਲ ਆਊਗੀ। ਕਲੀਅਰ ਹੋਇਆ? ਸਿੰਪਲੀ ਰਿਲੇਸ਼ਨ ਪਿਕ ਕਰਨੇ ਨੇ, ਰਿਲੇਸ਼ਨ ਦੇ ਵਿੱਚ ਵੈਲਿਊਜ਼ ਪੁੱਟ ਕਰਦੇ ਚਲੇ ਜਾਣਾ। ਜੇ ਇਹੀ ਆਪਾਂ ਨੂੰ ਉਹਨਾਂ ਨੇ ਆਨਸਰ ਕਿਲੋ ਨਿਊਟਨ ਪਰ ਮੀਟਰ ਕਿਊਬ ਜਾਂ ਕਿਲੋਗ੍ਰਾਮ ਪਰ ਮੀਟਰ ਕਿਊਬ ਚ ਦਿੱਤਾ ਹੋਊਗਾ ਤਾਂ ਉਸ ਕੇਸ 'ਚ ਆਪਾਂ ਉਹੀ ਵੈਲਿਊ ਆਫ ਗਾਮਾ ਵਾਟਰ ਵੀ ਪਿਕ ਕਰਾਂਗੇ। ਕਲੀਅਰ? ਆਪਣਾ ਨੈਕਸਟ ਕੁਐਸਚਨ ਦੀ ਸਟੇਟਮੈਂਟ ਤੁਸੀਂ ਸਾਰਿਆਂ ਨੇ ਪੜ੍ਹ ਲਈ ਹੋਊਗੀ, ਪਿਛਲੀ ਸਕਰੀਨ ਦੇ ਉੱਪਰ ਇਹ ਸਟੇਟਮੈਂਟ ਲਿਖੀ ਹੋਈ ਸੀ। ਉਸ ਸਟੇਟਮੈਂਟ ਦੇ ਵਿੱਚੋਂ ਆਪਾਂ ਆਪਣਾ ਪਹਿਲਾ ਕੰਮ ਕੀਤਾ, ਜਿਹੜਾ ਗਿਵਨ ਡਾਟਾ ਸੀਗਾ ਉਹਨੂੰ ਆਪਾਂ ਐਸ ਸੱਚ ਸ਼ਾਰਟਲਿਸਟ ਕਰਕੇ ਲਿਖ ਲਿਆ। G ਦੀ ਵੈਲਿਊ ਗਿਵਨ ਸੀ ਆਪਾਂ ਨੂੰ 2.7, ਗਾਮਾ ਬਲਕ ਆਪਾਂ ਨੂੰ ਪ੍ਰੋਵਾਈਡ ਕੀਤਾ ਹੋਇਆ ਸੀ 1.75 ਗ੍ਰਾਮ ਪਰ cc। ਕੁਐਸਚਨ ਦੇ ਵਿੱਚ ਉਹਨੇ ਕੀ ਕਿਹਾ ਵੀ ਆਪਾਂ ਇਸ ਵਾਟਰ ਕੰਟੈਂਟ ਤੇ ਇਸ ਡਰਾਈ ਡੈਂਸਿਟੀ ਵਾਲਾ ਇੱਕ ਇੰਬੈਂਕਮੈਂਟ ਤਿਆਰ ਕਰਨੀ ਹੈ। ਉਸ ਇੰਬੈਂਕਮੈਂਟ ਨੂੰ ਕੰਪੈਕਟ ਕਰਨਾ ਹੈ ਤੇ ਉਹਦਾ ਆਪਾਂ ਨੂੰ ਟੋਟਲ ਵੋਲਿਊਮ ਆਪਾਂ 1000 ਮੀਟਰ ਕਿਊਬ ਤਿਆਰ ਕਰਨਾ ਹੈ। ਉਸ 1000 ਮੀਟਰ ਕਿਊਬ ਦੇ ਲਈ ਆਪਾਂ ਨੂੰ ਕਿੰਨੀ ਮਿੱਟੀ ਐਕਸਕੇਵੇਟ ਕਰਨੀ ਪਊਗੀ, ਜਿਸ ਮਿੱਟੀ ਦੀ G ਇੰਨੀ ਹੈ, ਗਾਮਾ ਬਲਕ ਇੰਨਾ ਹੈ ਤੇ ਵਾਟਰ ਕੰਟੈਂਟ 12% ਹੈ। ਕਲੀਅਰ? ਹੁਣ ਆਪਾਂ ਨੇ ਵੋਲਿਊਮ ਕੱਢਣਾ ਹੈ, ਟੋਟਲ ਵੋਲਿਊਮ। ਸਿਰਫ ਇੱਕੋ ਚੀਜ਼ ਕਾਂਸਟੈਂਟ ਹੋਊਗੀ, ਜਿਹੜੇ ਸੋਲਿਡਸ ਤੁਸੀਂ ਇਸ ਪਿਟ ਦੇ ਵਿੱਚੋਂ ਐਕਸਕੇਵੇਟ ਕਰੋਗੇ ਉਨਾ ਹੀ ਸੋਲਿਡਸ ਦਾ ਵੋਲਿਊਮ ਇਸ ਇੰਬੈਂਕਮੈਂਟ ਦੇ ਵਿੱਚ ਕੀ ਹੋਊਗਾ, ਜਮ੍ਹਾਂ ਕੀਤਾ ਜਾਊਗਾ। ਕਲੀਅਰ? ਤਾਂ ਯਾਨੀ ਕਿ ਆਪਾਂ ਜੇ ਵੋਲਿਊਮ ਆਫ ਸੋਲਿਡਸ ਨੂੰ ਇਕੁਏਟ ਕਰ ਦਿੱਤਾ ਤਾਂ ਆਪਾਂ ਟੋਟਲ ਵੋਲਿਊਮ ਕੈਲਕੂਲੇਟ ਕਰ ਸਕਦੇ ਹਾਂ, ਪਰ ਉਹਦੇ ਲਈ ਆਪਾਂ ਨੂੰ E ਚਾਹੀਦੀ ਹੋਊਗੀ। ਟੋਟਲ ਵੋਲਿਊਮ ਆਪਾਂ ਨੂੰ ਪਤਾ ਹੈ 1000, E ਦੀ ਵੈਲਿਊ ਚਾਹੀਦੀ ਹੋਊਗੀ, ਫਿਰ ਆਪਾਂ ਵੋਲਿਊਮ ਆਫ ਸੋਲਿਡ ਕੱਢ ਪਾਵਾਂਗੇ। E ਦੀ ਵੈਲਿਊ ਕੱਢਣ ਲਈ ਆਪਾਂ ਨੂੰ ਗਾਮਾ ਡਰਾਈ ਗਿਵਨ ਹੈ, ਗਾਮਾ ਡਰਾਈ ਦੇ ਵਿੱਚ ਵੈਲਿਊਜ਼ ਪੁੱਟ ਕਰਦੇ ਹਾਂ, ਗਾਮਾ ਵਾਟਰ ਇਨਟੂ G / 1 + E। ਕਲੀਅਰ? ਤਾਂ ਹੁਣ ਜੇਕਰ ਆਪਾਂ ਇਹਦੇ ਵਿੱਚ ਵੈਲਿਊਜ਼ ਪੁੱਟ ਕਰੀਏ, ਗਾਮਾ ਵਾਟਰ ਦੀ ਵੈਲਿਊ 1 ਕਿਉਂਕਿ ਗ੍ਰਾਮ ਪਰ cc ਹੈ, ਗ੍ਰਾਮ ਪਰ cc ਦੇ ਵਿੱਚ ਗਾਮਾ ਵਾਟਰ ਕਿੰਨਾ ਹੁੰਦਾ, 1 ਗ੍ਰਾਮ ਪਰ cc। ਤਾਂ 1 ਆ ਗਈ ਵੈਲਿਊ ਇਨਟੂ G ਦੀ ਵੈਲਿਊ 2.7 ਹੈ, ਸਪੈਸੀਫਿਕ ਗ੍ਰੈਵਿਟੀ ਆਫ ਸੋਲਿਡਸ ਕਦੇ ਵੀ ਚੇਂਜ ਨਹੀਂ ਹੁੰਦੀ, ਓਵਰ 1 + E ਇਜ਼ ਇਕੁਅਲ ਟੂ ਗਾਮਾ ਡਰਾਈ ਦੀ ਵੈਲਿਊ ਕਿੰਨੀ ਹੈ 1.65। ਤਾਂ ਯਾਨੀ ਕਿ 1 + E is equal to 2.7 over 1.65। क्लियर? ਜਾਂ E ਦੀ ਵੈਲਿਊ ਕੀ ਆ ਜੂਗੀ 2.7 over 1.65 minus 1, 0.63। ਹੁਣ ਇਸੇ ਵੈਲਿਊ ਨੂੰ ਇਸ ਵੈਲਿਊ ਚ ਪੁੱਟ ਕਰਕੇ, ਇਸ ਰਿਲੇਸ਼ਨ ਚ ਪੁੱਟ ਕਰਕੇ ਆਪਾਂ ਕੱਢਦੇ ਹਾਂ ਵੀ ਟੋਟਲ ਵੋਲਿਊਮ ਆਫ ਸੋਲਿਡਸ ਕਿੰਨਾ ਰਿਕੁਆਇਰਡ ਹੋਊਗਾ, Vs ਕਿੰਨਾ ਰਿਕੁਆਇਰਡ ਹੋਊਗਾ। ਟੋਟਲ ਵੋਲਿਊਮ ਆਪਣੇ ਕੋਲੇ 1000 ਹੈ, divided by 1 plus 0.63, that is 613.5 ਮੀਟਰ ਕਿਊਬ ਆ ਰਿਹਾ ਇੱਥੋਂ। ਤੁਸੀਂ ਕੈਲਕੂਲੇਸ਼ਨਸ ਇੱਕ ਵਾਰ ਟੈਲੀ ਜ਼ਰੂਰ ਕਰ ਲਿਓ, ਚੈੱਕ ਕਰ ਲਿਓ। 613.5 ਮੀਟਰ ਕਿਊਬ ਆ ਗਈ ਆਪਣੇ ਕੋਲ ਕਾਦੀ ਵੈਲਿਊ, ਵੋਲਿਊਮ ਆਫ ਸੋਲਿਡਸ ਦੀ। ਹੁਣ ਜਿੰਨਾ ਵੋਲਿਊਮ ਆਫ ਸੋਲਿਡਸ ਇਸ ਪਾਸੇ ਹੋਊਗਾ ਉਨਾ ਹੀ ਵੋਲਿਊਮ ਆਫ ਸੋਲਿਡਸ ਆਪਾਂ ਨੂੰ ਇੱਧਰ ਵੀ ਰਿਕੁਆਇਰਡ ਹੋਊਗਾ। ਕਲੀਅਰ? ਤਾਂ ਹੁਣ ਜੇ ਆਪਾਂ ਇੱਧਰਲੀ E ਦੀ ਵੈਲਿਊ ਇੱਥੇ ਪੁੱਟ ਕਰ ਦਈਏ ਤਾਂ ਆਪਾਂ ਈਜ਼ੀਲੀ ਬਾਕੀ ਚੀਜ਼ਾਂ ਕੈਲਕੂਲੇਟ ਕਰ ਸਕਦੇ ਹਾਂ। ਕਲੀਅਰ? ਤਾਂ ਹੁਣ ਯਾਨੀ ਕਿ ਆਪਾਂ ਨੂੰ E ਦੀ ਵੈਲਿਊ ਇੱਧਰਲੇ ਪਾਸੇ ਕਿਵੇਂ ਕੈਲਕੂਲੇਟ ਕਰ ਸਕਦੇ ਹਾਂ ਆਪਾਂ, ਜੇ ਮੈਂ ਪਿਟ 1 ਦੇ ਲਈ E ਦੀ ਵੈਲਿਊ ਕੈਲਕੂਲੇਟ ਕਰਕੇ ਦੇਖਾਂ ਤਾਂ ਗਾਮਾ ਬਲਕ is equal to ਰਿਲੇਸ਼ਨ ਚੈੱਕ ਕਰ ਰਹੇ ਹਾਂ ਆਪਾਂ ਨੂੰ W ਗਿਵਨ ਹੈ, G ਗਿਵਨ ਹੈ ਤਾਂ W ਤੇ G ਵਾਲਾ ਰਿਲੇਸ਼ਨ ਆਵਲ ਹੈ, ਇਹਨੂੰ ਪੁੱਟ ਕਰ ਲੈਂਦੇ ਹਾਂ 1 into 2.7 plus 12% ਹੈ, 0.12 ਲਵਾਂਗੇ ਵੈਲਿਊ, 2.7 into 0.12 over 1 plus E। E ਇੱਥੇ ਆਪਣੇ ਕੋਲੇ ਅਨਨੋਨ ਹੈ ਤਾਂ ਆਪਾਂ ਇੱਥੋਂ ਕੀ ਲਿਖ ਸਕਦੇ ਹਾਂ, ਗਾਮਾ ਬਲਕ ਦੀ ਵੈਲਿਊ 1.75 ਪੁੱਟ ਕਰ ਲੈਂਦੇ ਹਾਂ is equal to 2.7 ਕਾਮਨ ਆ ਗਿਆ, 1 plus 0.12 ਬਣ ਜੂਗਾ 1.12 over 1 plus E। ਇਹਨੂੰ ਜਦੋਂ ਸੋਲਵ ਕਰੋਗੇ ਤਾਂ E ਦੀ ਵੈਲਿਊ ਆ ਜੂਗੀ
0.73 क्लीयर। ਹੁਣ ਆਪਾਂ ਆਪਣੇ ਅਗਲੇ ਪਾਰਟ ਤੇ ਮੂਵ ਕਰਦੇ ਹਾਂ। ਆਪਣੇ ਕੋਲੇ ਕੀ ਕੁਛ ਆ ਗਿਆ, ਵੋਲਿਊਮ ਆਫ ਸੋਲਿਡਸ ਰਿਕੁਆਇਰਡ ਆ ਗਿਆ, ਜਿਹੜੀ ਪਿੱਟ ਚੋਂ ਐਕਸਕੇਵੇਟ ਕਰਨਾ ਉਹਦੀ E ਦੀ ਵੈਲਿਊ ਆ ਗਈ, ਉਹਦਾ ਟੋਟਲ ਵੋਲਿਊਮ ਰਿਕੁਆਇਰਡ ਆਪਾਂ ਕੱਢ ਸਕਦੇ ਹਾਂ। ਉਸੇ ਰਿਲੇਸ਼ਨ ਨੂੰ ਫਿਰ ਤੋਂ ਇੱਕ ਵਾਰ ਅਪਲਾਈ ਕਰਦੇ ਹਾਂ, that is Vs is equal to V over 1 plus E। Vs ਆਪਾਂ ਨੂੰ ਪਤਾ ਹੈ 613.5 is equal to टोटल वॉल्यूम ਆਪਾਂ ਨੇ ਕਿੰਨਾ ਕੱਢਣਾ ਆਪਾਂ ਨੂੰ ਪਤਾ ਨਹੀਂ, E ਦੀ ਵੈਲਿਊ ਆਪਾਂ ਨੂੰ ਪਤਾ ਹੈ, यानी कि V कादे बराबर आ जाएगा 613.5 into 1.73। वन 1060 मीटर क्यूब आ जाएगा अप्रोक्सीमेटली। इसका की मतलब है, जे तुसी 1000 मीटर क्यूब दी मैकमेंट तैयार करनी है विद दिस ड्राई डेंसिटी, तो ਤੁਹਾਨੂੰ दूसरे पिट चों ਜਿਹੜੇ पिट चों सॉइल एक्सकैवेट कर रहे हो ਉਹਦੇ ਵਿੱਚੋਂ 1060 मीटर क्यूब सॉइल की करनी पड़ेगी, एक्सकैवेट करनी पड़ेगी। क्लियर। नेक्स्ट क्वेश्चन ਤੁਸੀਂ पढ़ लिया होगा ऑलरेडी। उस क्वेश्चन ਦੇ ਵਿੱਚ ਆਪਾਂ ਨੂੰ ਕੀ ਕੁਝ ਗਿਵਨ ਹੈ, ਜਿਹਨੇ ਆਪਾਂ ਨੂੰ ਮਾਸ ਸਪੈਸੀਫਿਕ ਗ੍ਰੈਵਿਟੀ ਦਿੱਤੀ ਹੋਈ ਹੈ, ਯਾਨੀ ਕਿ Gm ਦਿੱਤੀ ਹੋਈ ਹੈ ਸੋਇਲ ਦੀ 1.35 ਗ੍ਰਾਮ ਪਰ ਸੀਸੀ। क्लियर। ਨਾਲ ਹੀ ਉਹਨਾਂ ਨੇ ਆਪਾਂ ਨੂੰ ਮੈਂਸ਼ਨ ਕੀਤਾ ਹੋਇਆ ਵੀ ਸਪੈਸੀਫਿਕ ਗ੍ਰੈਵਿਟੀ ਆਫ ਸੋਲਿਡਸ ਗਿਵਨ ਹੈ 2.7। ਉਹਨਾਂ ਨੇ ਆਪਾਂ ਨੂੰ ਇਹ ਪੁੱਛਿਆ ਹੋਇਆ ਵੀ ਕੈਲਕੂਲੇਟ then the void ratio will be, ਆਪਾਂ void ratio ਕੈਲਕੂਲੇਟ ਕਰਨੀ ਹੈ। ਹੁਣ Gm ਮਾਸ ਸਪੈਸੀਫਿਕ ਗ੍ਰੈਵਿਟੀ 1.35 ਦਿੱਤੀ ਹੋਈ, ਤੁਸੀਂ ਸੋਚ ਰਹੇ ਹੋਵੋਗੇ ਵੀ ਮੈਂ ਪਿੱਛੇ ਖੁਦ ਹੀ ਗ੍ਰਾਮ ਪਰ ਸੀਸੀ ਕਿਉਂ ਲਗਾ ਲਿਆ, ਇਹਦੇ ਪਿੱਛੇ ਕੀ ਰੀਜ਼ਨ ਹੈ। ਹੁਣ Gm ਕੀ ਹੁੰਦੀ ਸੀਗੀ, गामा मटीरियल का ਜਾਂ ਸੋਇਲ ਦੇ ਕੇਸ गामा ਸੋਇਲ ਓਵਰ गामा ਵਾਟਰ। ਕਲੀਅਰ। ਜੇ गामा ਵਾਟਰ ਮੇਰਾ 1 ਹੋਵੇ ਤਾਂ ਜਿੰਨੀ Gm ਦੀ ਵੈਲਿਊ ਉਨੀ गामा ਸੋਇਲ ਦੀ ਵੈਲਿਊ ਆ ਗਈ, ਤਾਂ ਅੱਗੇ ਤੋਂ ਜਿੰਨੀ ਵੀ ਆਪਾਂ ਨੂੰ ਮਾਸ ਸਪੈਸੀਫਿਕ ਗ੍ਰੈਵਿਟੀ ਦਿੱਤੀ ਹੋਊਗੀ ਉਹਦੇ ਪਿੱਛੇ ਆਪਾਂ ਗ੍ਰਾਮ ਪਰ ਸੀਸੀ ਨੂੰ ਐਡ ਅਪ ਕਰਕੇ ਸਿੱਧਾ ਸਿੱਧਾ ਉਸ ਵੈਲਿਊ ਨੂੰ गामा ਸੋਇਲ ਦੇ ਵਿੱਚ ਕਨਵਰਟ ਕਰ ਸਕਦੇ ਹਾਂ। ਕਲੀਅਰ। ਹੁਣ ਇਸ ਕੇਸ 'ਚ ਉਹਨੇ ਆਪਾਂ ਨੂੰ ਮਾਸ ਸਪੈਸੀਫਿਕ ਗ੍ਰੈਵਿਟੀ ਦਿੱਤੀ ਹੋਈ ਹੈ, ਉਹਨੇ ਆਪਾਂ ਨੂੰ ਪੁੱਛੀ ਹੋਈ ਹੈ ਵੋਇਡ ਰੇਸ਼ੋ। ਤਾਂ ਹੁਣ ਉਹ ਵੋਇਡ ਰੇਸ਼ੋ ਕੱਢਣ ਦੇ ਲਈ ਆਪਾਂ ਨੂੰ ਦੋ ਤਿੰਨ ਕਨਸੈਪਟਸ ਧਿਆਨ 'ਚ ਰੱਖਣੇ ਪੈਣਗੇ। ਤਾਂ ਹੁਣ ਡਰਾਈ ਸੈਂਪਲ ਦੀ ਮਾਸ ਸਪੈਸੀਫਿਕ ਗ੍ਰੈਵਿਟੀ ਦਿੱਤੀ, ਯਾਨੀ ਕਿ ਆਪਾਂ ਗਾਮਾ ਡਰਾਈ ਦਾ ਰਿਲੇਸ਼ਨ ਸਿੱਧਾ ਅਪਲਾਈ ਕਰ ਸਕਦੇ ਹਾਂ। ਗਾਮਾ ਡਰਾਈ ਗਾਮਾ ਵਾਟਰ ਇਨਟੂ G, ਗਾਮਾ ਵਾਟਰ 1 ਇਨਟੂ G ਦੀ ਵੈਲਿਊ ਓਵਰ 1 ਪਲੱਸ E। G कितनी गिवन है अपन 2.7 ओवर 1 प्लस C, यानी कि 1 प्लस E कादे बराबर आ गया 2.7 डिवाइडेड बाय गामा ड्राई की वैल्यू है 1.35 सॉरी, कट रहा है पूरी तरह ना 2 आ गया। हाँ E की वैल्यू की आ गई 2 - 1, यानी कि E इज इक्वल टू 1, यानी कि इतने मेरी E की वैल्यू की आ गई 100% या 1। क्लियर होया है क्वेश्चन। नेक्स्ट क्वेश्चन सॉल्व करके देखते हैं। हम इस क्वेश्चन ਦੇ ਵਿੱਚ ਉਹਨਾਂ ਨੇ ਆਪਾਂ ਨੂੰ E ਦੀ ਵੈਲਿਊ 0.5 ਦਿੱਤੀ ਹੋਈ ਹੈ, G ਦੀ ਵੈਲਿਊ 2.7 ਦਿੱਤੀ ਹੋਈ ਹੈ, ਆਪਣੇ ਤੋਂ ਉਹ ਵਾਟਰ ਕੰਟੈਂਟ ਪੁੱਛਿਆ ਹੋਇਆ ਜਿੱਥੇ ਜਾ ਕੇ ਜਸਟ S ਦੀ ਵੈਲਿਊ ਹਲੇ 1 ਹੋਊਗੀ। ਤਾਂ ਇਸ ਕੇਸ ਦੇ ਵਿੱਚ ਜਦੋਂ ਉਹਨਾਂ ਨੇ 0.5 ਦਿੱਤੀ ਹੋਈ ਹੈ ਆਪਣੇ ਕੋਲੇ E ਦੀ ਵੈਲਿਊ, ਤਾਂ ਉਹਦੇ ਵਿੱਚ ਆਪਾਂ S ਦੀ ਵੈਲਿਊ ਨੂੰ 1 ਪੁੱਟ ਕਰਕੇ ਦੇਖੀਏ। ਆਪਾਂ ਨੂੰ ਪਤਾ ਹੈ ES is equal to WG, ES is equal to WG। ਸੋਇਲ ਦੀ E ਹਮੇਸ਼ਾ ਸੇਮ ਰਹਿੰਦੀ ਹੈ, E ਕਦੇ ਵੀ ਚੇਂਜ ਨਹੀਂ ਕਰਦੀ ਜਿੰਨੀ ਦੇਰ ਤੱਕ ਆਪਾਂ ਸੈਂਪਲ ਨੂੰ ਜਾਂ ਤਾਂ ਕੰਪੈਕਟ ਨਹੀਂ ਕਰਦੇ ਜਾਂ ਉਹਨੂੰ ਲੂਜ਼ਨ ਅਪ ਨਹੀਂ ਕਰਦੇ, E ਦੀ ਵੈਲਿਊ ਚੇਂਜ ਨਹੀਂ ਹੋਊਗੀ, E ਦੀ ਵੈਲਿਊ ਕਨਸਟੈਂਟ ਰਹਿੰਦੀ ਹੈ। ਤਾਂ E ਦੀ ਵੈਲਿਊ ਨੂੰ ਇੱਥੇ ਆਪਾਂ ਪੁੱਟ ਕਰਦੇ ਹਾਂ 0.5, 1 is equal to W कैलकुलेट करना है, G की वैल्यू आ गई 2.7, यानी कि W का बराबर आ जाएगा 0.5 by 2.7, 5 by 27%। ਇਹ ਤੁਸੀਂ ਇਹਨੂੰ ਕਨਵਰਟ ਕਰ ਸਕਦੇ ਹੋ ਪੁਆਇੰਟਸ ਦੇ ਵਿੱਚ। ਕਲੀਅਰ। मूव ऑन करते हैं अपने नेक्स्ट क्वेश्चन के ऊपर। इस क्वेश्चन के ਵਿੱਚ ਉਹਨੇ ਕੀ ਕਿਹਾ ਹੈ
भी अपने को एक सॉइल सैंपल है 0.18 kg का जिहदा वॉल्यूम 10⁻⁻⁴ मीटर क्यूब है। ਇਹਦਾ ਗਾਮਾ ਡਰਾਈ ਇੰਨਾ ਦਿੱਤਾ ਹੋਇਆ, ਉਹਦੇ ਵਿੱਚ ਆਪਾਂ ਐਕਸਟਰਾ ਵਾਟਰ ਐਡ ਕਰਤਾ 0.02 kg ਦਾ, ਉਹਦਾ ਵਾਟਰ ਕੰਟੈਂਟ ਦੱਸੋ ਕਿੰਨਾ ਹੋਊਗਾ। ਸਭ ਤੋਂ ਪਹਿਲਾਂ ਤਾਂ ਆਪਾਂ ਇਹ ਦੇਖਾਂਗੇ ਉਹਦੇ ਵਿੱਚ ਸੋਲਿਡਸ ਕਿੰਨੇ ਨੇ, ਹਨਾ। ਤਾਂ ਸੋਲਿਡਸ ਕਿੰਨੇ ਨਿਕਲਣਗੇ, ਕੱਢ ਸਕਦੇ ਹਾਂ ਗਾਮਾ ਡਰਾਈ ਤੋਂ। ਗਾਮਾ ਡਰਾਈ ਕਾਹਦੇ ਬਰਾਬਰ ਹੁੰਦਾ ਹੈ, weight of solids over total volume। ਇਹੀ ਪੜ੍ਹਿਆ ਸੀ ਆਪਾਂ ਲਾਸਟ ਲੈਕਚਰ 'ਚ। ਤਾਂ ਗਾਮਾ ਡਰਾਈ ਦੀ ਵੈਲਿਊ ਨੇ ਕਿੰਨੀ ਦਿੱਤੀ ਹੋਈ ਹੈ ਆਪਾਂ ਨੂੰ 1600, 1600 ਯਾਨੀ ਕਿ ਜਿਹਨੂੰ ਵੋਲਿਊਮ ਨਾਲ ਗੁਣਾ ਕਰਦਾ weight of solids ਨਿਕਲਿਆ ਹੋਊਗਾ। ਵੋਲਿਊਮ ਕਿੰਨਾ ਦਿੱਤਾ ਹੋਇਆ 10⁻⁻⁴ ਇਜ਼ ਇਕੁਅਲ ਟੂ ਆਪਣੇ ਕੋਲੇ ਕੀ ਆ ਜਾਊਗਾ weight of solids। ਇੱਥੋਂ ਆ ਗਿਆ 0.16 ਕਿਲੋਗ੍ਰਾਮ। ਕਾਹਦੀ ਵੈਲਿਊ ਆ ਗਈ ਆਪਣੇ ਕੋਲੇ weight of solids ਦੀ। ਕਲੀਅਰ। ਟੋਟਲ weight ਹੈ 0.18 kg, ਸੋਲਿਡਸ ਦਾ weight ਹੈ 0.16 kg, ਯਾਨੀ ਕਿ ਉਹਦੇ ਵਿੱਚ ਪਹਿਲਾਂ ਤੋਂ ਹੀ weight of water ਕਿੰਨਾ ਪਿਆ ਸੀਗਾ, total weight minus weight of solids is equal to 0.18 minus 0.16। clear। यानी कि 0.02 किलोग्राम। यानी कि मेरे सैंपल ਦੇ ਵਿੱਚ ਪਹਿਲਾਂ ਤੋਂ ਹੀ 0.02 किलोग्राम वाटर ਪਿਆ ਸੀਗਾ, ਉਹਦੇ ਵਿੱਚ ਐਕਸਟਰਾ ਆਪਾਂ 0.02 kg ਹੋਰ ਐਡ ਕਰਤਾ, यानी कि टोटल weight of water कितना हो गया 0.02 plus 0.02 यानी कि 0.04 kg। क्लियर। ਹੁਣ ਆਪਾਂ ਨੇ ਕੀ ਪੁੱਛਿਆ ਹੋਇਆ ਸੀਗਾ ਵਾਟਰ ਕੰਟੈਂਟ। ਵਾਟਰ ਕੰਟੈਂਟ ਦਾ ਰਿਲੇਸ਼ਨ ਕੀ ਹੁੰਦਾ ਹੈ, weight of water over weight of solids। weight of water ਕਿੰਨਾ ਹੈ 0.04 over weight of solids ਕਿੰਨਾ ਸੀਗਾ ਆਪਣੇ ਕੋਲੇ 0.16। ਆਨਸਰ ਆਪਾਂ ਨੂੰ ਪਰਸੈਂਟੇਜ ਗਿਵਨ ਹੈ ਤਾਂ ਗੁਣਾ 100 ਕਰ ਲਾਂਗੇ 425, यानी कि आंसर कितना आ जाएगा 25%। क्लियर। इसी जी अपने कुछ एग्जांपल्स, इन एग्जांपल्स ਨੂੰ ਇੱਕ ਵਾਰ ਫਿਰ ਤੋਂ ਸੋਲਵ ਕਰਕੇ ਦੇਖ ਲਿਓ ਸਟੇਟਮੈਂਟਸ ਨਾਲ। ਜੇ ਕੋਈ ਪ੍ਰੋਬਲਮ ਆਈ ਤੁਸੀਂ ਨੀਚੇ ਕਮੈਂਟਸ ਦੇ ਵਿੱਚ ਮੈਂਸ਼ਨ ਕਰ ਸਕਦੇ ਹੋ। ਇੰਨਾ ਹੀ ਪ੍ਰੋਬਲਮਸ ਨਾਲ ਰਿਗਾਰਡਿੰਗ ਇੱਕ ਆਪਾਂ ਸੈਸ਼ਨ ਹੋਰ ਰੱਖਾਂਗੇ ਜਦੋਂ ਆਪਣਾ ਚੈਪਟਰ ਕੰਪਲੀਟ ਹੋਊਗਾ। ਨੈਕਸਟ ਚੈਪਟਰ ਦੇ ਵਿੱਚ ਆਪਾਂ ਜਿਹੜੀਆਂ ਵਾਟਰ ਕੰਟੈਂਟ ਲਿਮਿਟਸ ਹੁੰਦੀਆਂ ਨੇ, ਜਿਹਨਾਂ ਨੂੰ ਆਪਾਂ ਕੰਸਿਸਟੈਂਸੀ ਲਿਮਿਟਸ ਵੀ ਬੋਲਦੇ ਨੇ, ਐਟਰਬਰਗ ਲਿਮਿਟਸ ਵੀ ਬੋਲਦੇ ਨੇ, ਉਹ ਡਿਸਕਸ ਕਰ ਦਾਂਗੇ। ਬੈਸਟ ਆਫ ਲੱਕ ਫॉर योर ਪ੍ਰੈਪਰੇਸ਼ਨ। ਜੇ ਕੋਈ ਡਾਊਟ ਹੈ ਤੁਸੀਂ WhatsApp ਗਰੁੱਪ 'ਚ ਵੀ ਦੱਸ ਸਕਦੇ ਹੋ, ਟੈਲੀਗ੍ਰਾਮ ਚੈਨਲ 'ਚ ਵੀ ਦੱਸ ਸਕਦੇ ਹੋ, ਉਹਦਾ ਲਿੰਕ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਮੈਂਸ਼ਨਡ ਹੈ। ਥੈਂਕ ਯੂ ਵੈਰੀ ਮਚ। ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ।